ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਪਿਛਲੇ ਦਿਨੀ 5 ਅਗਸਤ 2020 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਮਿਸਟਰ ਨਰਿੰਦਰ ਮੋਦੀ ਵੱਲੋਂ ਰੱਖਿਆ ਗਿਆ। ਹਿੰਦੂ ਵੀਰਾਂ ਨੂੰ ਮੁਬਾਰਕ ਹੈ। ਔਰ ਦੂਸਰਾ ਜਿਹੜਾ ਪੱਖ ਹੈ, ਇਸਲਾਮ ਜਗਤ ਨੂੰ ਸੁਪਰੀਮ ਕੋਰਟ ਵੱਲੋਂ ਅਯੋਧਿਆ ਦੇ ਵਿੱਚ ਕੁਝ ਜ਼ਮੀਨ ਮੁਹੱਈਆ ਹੋਈ ਹੈ ਮਸਜਿਦ ਉਸਾਰਨ ਦੇ ਲਈ। ਮੁਸਲਮਾਨ ਵੀਰਾਂ ਨੂੰ ਵੀ ਮੁਬਾਰਕ ਹੈ। ਰਾਮ ਮੰਦਰ ਦੇ ਸ਼ਿਲਾ ਨਿਵਾਸ ਦੇ ਰੱਖੇ ਪ੍ਰੋਗਰਾਮ ਦੇ ਸਮੇਂ ਮਿਸਟਰ ਨਰਿੰਦਰ ਮੋਦੀ ਨੇ ਇੱਕ ਬਿਆਨ ਦਿੱਤਾ ਹੈ, ਜੋ ਵੀਡੀਓ ਆਪ ਸੰਗਤ ਨੇ ਸੋਸ਼ਲ ਮੀਡੀਆ ਦੇ ਵਿੱਚ ਦੇਖੀ ਹੈ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਮਾਇਣ ਲਿਖੀ ਹੈ। ਇਸ ਬਿਆਨ ਦੇ 3 ਪੱਖ ਸਮਝ ਵਿੱਚ ਪੈਂਦੇ ਨੇ। ਪਹਿਲਾ ਪੱਖ ਤੇ ਇਹ ਹੈ ਵੀ ਸ਼੍ਰੀ ਰਾਮ ਚੰਦਰ ਜੀ ਹੁਣਾਂ ਦੇ ਪੈਦਾ ਹੋਣ ਦੀ ਕੋਈ ਮਿਤੀ ਨਹੀਂ ਮਿਲਦੀ, ਤਰੀਕ ਨਹੀਂ ਮਿਲਦੀ। ਇਸ ਕਰਕੇ ਕਈ ਲੋਕ ਇਹ ਕਹਿ ਦਿੰਦੇ ਨੇ ਵੀ ਉਹਨਾਂ ਦਾ ਦੁਨੀਆ ਤੇ ਆਗਾਜ਼ ਨਹੀਂ ਹੋਇਆ, ਇਹ ਸਭ ਮਿਥਿਹਾਸ ਹੈ। ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਲਿਖੇ ਗਏ ਰਾਮਾ ਅਵਤਾਰ ਨੂੰ ਇਸ ਸਮਾਗਮ ਦੇ ਦਰਮਿਆਨ ਰਾਮਾਇਣ ਕਹਿਣਾ ਇਉਂ ਜਾਪਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖਤ ਰਾਹੀਂ ਇਹ ਪ੍ਰੋੜਤਾ ਕੀਤੀ ਜਾ ਰਹੀ ਹੋਵੇ ਵੀ ਰਾਮਚੰਦਰ ਜੀ ਹੋਏ ਨੇ, ਕਿਉਂਕਿ ਗੁਰੂ ਪਾਤਸ਼ਾਹ ਕਦੇ ਵੀ ਝੂਠ ਨਹੀਂ ਬੋਲਦੇ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹ ਮੋਹਰ ਲਾਈ ਹੈ ਵੀ ਸ਼੍ਰੀ ਰਾਮਚੰਦਰ ਜੀ ਹੋਏ ਨੇ। ਬਾਣੀ ਦਾ ਫਰਮਾਨ ਹੈ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਜੇ ਰਾਮ ਜੀ ਪੈਦਾ ਹੋਏ ਨੇ ਤੇ ਫਿਰ ਹੀ ਦੁਨੀਆ ਤੋਂ ਆਪਣੀ ਉਮਰ ਭੋਗ ਕੇ ਗਏ ਨੇ। ਔਰ ਕਈ ਵੀਰ ਕਹਿ ਦਿੰਦੇ ਨੇ ਇਹ ਵੈਸੇ ਹੀ ਮਿਥਿਹਾਸਿਕ ਉਦਾਹਰਨਾਂ ਦਿੱਤੀਆਂ ਨੇ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਰੰਚਕ ਮਾਤਰ ਵੀ ਮਿੱਥ ਨਹੀਂ ਹੈ। ਮਿੱਥ ਦਾ ਭਾਵ ਹੈ ਝੂਠ ਨਹੀਂ ਹੈ। ਬਾਣੀ ਦਾ ਫਰਮਾਨ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਗੁਰੂ ਪਾਤਸ਼ਾਹ ਦੀ ਜਿੰਨੀ ਵੀ ਬਾਣੀ ਹੈ ਉਹਨੂੰ ਸੱਚ ਕਰਕੇ ਮੰਨਣਾ ਹੈ। ਅਗਰ ਰਾਮਚੰਦਰ ਜੀ ਹੋਏ ਨੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿਕਰ ਕੀਤਾ ਹੈ। ਦੂਸਰਾ ਪੱਖ ਇਸ ਬਿਆਨ ਦਾ ਇਹ ਹੈ ਵੀ ਅਗਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਮਾ ਅਵਤਾਰ ਲਿਖਿਆ ਹੈ, ਜਿਸ ਨੂੰ ਇਹ ਰਾਮਾਇਣ ਕਹਿੰਦੇ ਨੇ, ਤੋ ਇਸ ਤੋਂ ਭਾਵ ਇਹ ਹਿੰਦੂ ਵੀਰ ਇਹ ਲੈਂਦੇ ਨੇ ਵੀ ਗੁਰੂ ਪਾਤਸ਼ਾਹ ਹਰ ਧਰਮ ਦਾ ਅਦਬ ਕਰਦੇ ਸਨ। ਸੋ ਜਿਹੜਾ ਸਿੱਖ ਭਾਈਚਾਰਾ ਹੈ ਜਾਂ ਹਿੰਦੂ ਭਾਈਚਾਰਾ ਹੈ, ਇਹਨਾਂ ਦੇ ਸਬੰਧ ਸੁਖਾਵੇਂ ਰਹਿਣ। ਦੇਖੋ, ਸਿੱਖ ਜਗਤ ਕਿਸੇ ਵੀ ਧਰਮ ਨਾਲ ਨਫ਼ਰਤ ਨਹੀਂ ਕਰਦਾ। ਨਾ ਹਿੰਦੂ ਦੇ ਮੰਦਰ ਨਾਲ ਨਫ਼ਰਤ ਹੈ, ਨਾ ਮੁਸਲਮਾਨ ਦੀ ਮਸਜਿਦ ਨਾਲ ਨਫ਼ਰਤ ਹੈ, ਨਾ ਈਸਾਈਆਂ ਦੇ ਚਰਚ ਨਾਲ ਨਫ਼ਰਤ ਹੈ। ਗੁਰੂ ਪਾਤਸ਼ਾਹ ਦੀ ਬਾਣੀ ਦਾ ਤੇ ਫਰਮਾਨ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅਲਾਹੇ। ਕੋਈ ਰਾਮ ਆਖੋ, ਕੋਈ ਅੱਲਾ ਆਖੋ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਆਵਾਜ਼ ਉਸ ਪਰਮਾਤਮਾ ਤਾਈਂ ਹੀ ਪਹੁੰਚਦੀ ਹੈ। ਤੀਸਰਾ ਪੱਖ ਇਸ ਬਿਆਨ ਦਾ ਜਿਹੜਾ ਹੈ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਨੂੰ ਸਿੱਖਾਂ ਨੂੰ ਬੜਾ ਉਹ ਚੁਭਦਾ ਹੈ। ਔਰ ਸਿੱਖ ਜਗਤ ਦੇ ਬੜੇ ਬੜੇ ਬੁੱਧੀਜੀਵੀ, ਸਿੱਖ ਚਿੰਤਕ, ਉਹ ਇਹ ਕਿਆਫਾ ਲਾਉਂਦੇ ਨੇ ਵੀ ਇਹ ਇੱਕ ਨੀਤੀ ਦੇ ਤਹਿਤ ਭਾਰਤ ਵਰਸ਼ ਦਾ ਜੋ ਹਿੰਦੂਕਰਨ ਕੀਤਾ ਜਾ ਰਿਹਾ ਹੈ, ਉਹਦੇ ਅਨੁਸਾਰ ਇਹ ਬਿਆਨ ਮਿਸਟਰ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਹੈ। ਇਸ ਬਿਆਨ ਦਾ ਭਾਵ ਇਹ ਹੈ ਵੀ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਮਾਇਣ ਲਿਖੀ ਹੈ, ਇਹਦਾ ਮਤਲਬ ਹੈ ਵੀ ਉਹ ਸ਼੍ਰੀ ਰਾਮਚੰਦਰ ਜੀ ਦੇ ਉਪਾਸ਼ਕ ਹੋਣਗੇ ਜਾਂ ਭਗਤ ਹੋਣਗੇ। ਔਰ ਇਹ ਪੱਖ ਲੈ ਕੇ ਸਿੱਖ ਜਗਤ ਦੇ ਅੰਦਰ ਰੋਸ ਵੀ ਹੈ ਬਈ ਇਹ ਸਨਾਤਨ ਮਤ ਵਾਲੇ ਜਿਹੜੇ ਨੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨਾ ਚਾਹੁੰਦੇ ਨੇ। ਦੇਖੋ, ਇਹ ਸਾਰਿਆਂ ਦੇ ਅੰਦਰ ਸਵਾਲ ਉੱਠਦਾ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਫਿਰ ਸਾਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਕੀ ਲੋੜ ਹੈ?
ਉਹਦੇ ਦੋ ਕਾਰਨ ਹੀ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਸੰਖੇਪ ਦੇ ਵਿੱਚ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਅਕਾਲ ਪੁਰਖ ਦੇ ਨਾਲ ਜੋੜਦੇ ਨੇ, ਔਰ ਜਿਤਨੇ ਵੀ ਸਨਾਤਨ ਮਤ ਦੇ ਜੋ ਅੱਜ ਕੱਲ੍ਹ ਹਿੰਦੂ ਧਰਮ ਕਰਕੇ ਪ੍ਰਚਲਿਤ ਹੈ, ਉਸ ਦੇ ਦੇਵੀ ਦੇਵਤੇ ਨੇ ਜਾਂ ਅਵਤਾਰ ਨੇ, ਉਹਨਾਂ ਦਾ ਜ਼ਿਕਰ ਟੁਕ ਮਾਤਰ ਗੁਰਬਾਣੀ ਦੇ ਵਿੱਚ ਆਉਂਦਾ ਹੈ। ਔਰ ਜ਼ਿਕਰ ਕਰਨ ਦਾ ਮਤਲਬ ਕੇਵਲ ਇਹੀ ਹੈ ਵੀ ਇਹ ਸਭ ਦੇਵੀ ਦੇਵਤੇ ਅਵਤਾਰ ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਇਹ ਅਕਾਲ ਪੁਰਖ ਦੀ ਕਿਰਤ ਨੇ, ਸਦਾ ਰਹਿਣ ਵਾਲੇ ਨਹੀਂ। ਸੋ ਕਰਤੇ ਨਾਲ ਜੁੜਨਾ ਚਾਹੀਦਾ ਹੈ, ਅਕਾਲ ਪੁਰਖ ਨਾਲ ਜੁੜਨਾ ਚਾਹੀਦਾ ਹੈ। ਜਿਵੇਂ ਬਾਣੀ ਦਾ ਫਰਮਾਨ ਹੈ, ਸੰਕਰਾ ਨਹੀਂ ਜਾਣੈ ਭੇਵ, ਖੋਜਤ ਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਸਾਰਿਆਂ ਤੋਂ ਉੱਤੇ ਅਕਾਲ ਪੁਰਖ ਪਰਮਾਤਮਾ ਹੈ। ਸੋ ਇਹ ਜਿਹੜੇ ਦੇਵੀ ਦੇਵਤੇ ਰਹਿਬਰਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਆਇਆ ਹੈ, ਕੱਲ ਨੂੰ ਕੋਈ ਸਵਾਲ ਕਰੇ ਇਹਨਾਂ ਬਾਬਤ ਦੱਸੋ ਇਹ ਕੌਣ ਨੇ, ਕਿਹੜੀਆਂ ਬਖਸ਼ਿਸ਼ਾਂ ਲੈ ਕੇ ਪਰਮਾਤਮਾ ਦੇ ਦਰ ਤੋਂ ਆਏ, ਕੀ ਇਹਨਾਂ ਦੀ ਕਰਨੀ ਹੈ, ਇਹਦੇ ਬਾਬਤ ਜਿਹੜੀ ਐਕਸਪਲੇਨੇਸ਼ਨ ਹੈ ਉਹ ਤੁਹਾਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਮਿਲੇਗੀ। ਉਹ ਵਿਸਥਾਰ ਤੁਹਾਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਅੰਦਰ ਮਿਲੇਗਾ। ਪਹਿਲਾ ਕਾਰਨ ਤੇ ਹੈ ਇਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਟੀਕਾਕਾਰੀ ਕਹਿ ਲਓ, ਐਕਸਪਲੇਨੇਸ਼ਨ ਕਹਿ ਲਓ, ਵਿਸਥਾਰ ਕਹਿ ਲਓ, ਇਹ ਦਸਮ ਗ੍ਰੰਥ ਦੇ ਵਿੱਚ ਹੈ। ਦੂਜਾ ਕਾਰਨ, ਭਾਰਤ ਵਰਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਤਕਰੀਬਨ 700-750 ਸਾਲ ਪਹਿਲਾਂ ਤੋਂ ਲੈ ਕੇ ਗੁਲਾਮ ਸੀ, ਚਾਹੇ ਮੁਗਲ ਡਾਇਨੈਸਟੀ ਹੈ, ਚਾਹੇ ਲੋਧੀ ਡਾਇਨੈਸਟੀ ਹੈ, ਚਾਹੇ ਪਠਾਨ ਨੇ ਇਹ ਦੇਸ਼ ਨੂੰ ਗੁਲਾਮ ਕਰਕੇ ਨਾ ਰੱਖਿਆ ਹੈ। ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਅੰਦਰ ਬੜੇ ਬੜੇ ਅਵਤਾਰਾਂ, ਰਹਿਬਰਾਂ, ਸੂਰਬੀਰਾਂ ਦੇ ਜੰਗ ਚਿਤਰਣ ਕੀਤੇ ਨੇ। ਆਪਣੀ ਪੁਰਜ਼ੋਰ ਕਲਮ ਦੇ ਨਾਲ ਬਿਆਨਬਾਜ਼ੀ ਐਸੀ ਕੀਤੀ ਹੈ ਵੀ ਇਹਨਾਂ ਜੰਗਾਂ ਨੂੰ ਜਦੋਂ ਪੜ੍ਹਦੇ ਹੋ ਤੁਹਾਡੇ ਅੰਦਰ ਵੀਰ ਰਸ ਪੈਦਾ ਹੁੰਦਾ ਹੈ। ਹੁਣ ਭਾਰਤ ਵਰਸ਼ ਦੇ ਲੋਕ ਸਦੀਆਂ ਤੋਂ ਗੁਲਾਮ ਨੇ, ਗਊ ਵਰਗੀ ਨਿਰਮਾਣਤਾ ਹੈ ਉਹਨਾਂ ਵਿੱਚ, ਉਹਨਾਂ ਅੰਦਰ ਸ਼ੇਰ ਵਰਗਾ ਸਾਹਸ ਭਰਨ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀਰ ਰਸੀ ਬਾਣੀ ਜੋ ਉਚਾਰੀ ਹੈ ਉਹ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹ ਦੋ ਪੱਖ ਨੇ। ਜਿਹੜਾ ਪਹਿਲਾ ਪੱਖ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਦੇਵੀ ਦੇਵਤੇ ਸਨਾਤਨ ਮਤ ਦੇ ਅਵਤਾਰਾਂ ਦਾ ਜ਼ਿਕਰ ਹੈ, ਅਗਰ ਉਸ ਬਾਬਤ ਵਿਸਥਾਰ ਨਾਲ ਜਾਣਨਾ ਹੈ ਤੇ ਤੁਹਾਨੂੰ ਬ੍ਰਾਹਮਣਾਂ ਦੇ ਕੋਲ, ਪੰਡਤਾਂ ਦੇ ਕੋਲ, ਕਾਸ਼ੀ ਆਦਿਕ ਥਾਵਾਂ ਤੇ ਜਾਣਾ ਪਵੇਗਾ। ਉਹ ਵਿਦਿਆ ਤੁਹਾਨੂੰ ਫੇਰ ਹੀ ਪੜ੍ਹਾਉਣਗੇ ਜੇ ਤੁਹਾਡੀ ਵਰਣ ਵੰਡ ਅਨੁਸਾਰ ਜਾਤ ਉੱਚੀ ਹੈ, ਜੋ ਬ੍ਰਾਹਮਣ ਨੇ ਬਣਾਈ ਹੈ। ਅਗਰ ਬ੍ਰਾਹਮਣ ਹੋ, ਖੱਤਰੀ ਹੋ ਤੇ ਪੜ੍ਹਾ ਦੇਣਗੇ, ਜੇ ਸ਼ੂਦਰ ਹੋ, ਵੈਸ਼ ਹੋ ਤਾਂ ਉਹ ਨਹੀਂ ਪੜ੍ਹਾਉਣਗੇ। ਔਰ ਸਿੱਖ ਜਗਤ ਦੇ ਅੰਦਰ ਵਰਣ ਵੰਡ ਨੂੰ ਤਰਜੀਹ ਨਹੀਂ ਦਿੱਤੀ ਗਈ। ਹੁਣ ਜ਼ਿਆਦਾਤਰ ਬ੍ਰਾਹਮਣ ਵੱਲੋਂ ਲਿਤਾੜੇ ਸ਼ੂਦਰ, ਵੈਸ਼, ਉਹਨਾਂ ਸਿੱਖੀ ਗ੍ਰਹਿਣ ਕੀਤੀ ਸੀ। ਮਹਾਰਾਜ ਨੇ ਉਹਨਾਂ ਨੂੰ ਉੱਪਰ ਉਠਾਇਆ ਸੀ। ਸੋ ਉਹਨਾਂ ਨੂੰ ਬ੍ਰਾਹਮਣ ਇਹ ਉਪਦੇਸ਼ ਦੇਣਾ ਨਹੀਂ ਸੀ ਚਾਹੁੰਦਾ, ਤੇ ਜਿਹੜੇ ਖੱਤਰੀ ਬ੍ਰਾਹਮਣ ਸਿੱਖ ਬਣੇ ਸਨ, ਇਹਨਾਂ ਬ੍ਰਾਹਮਣਾਂ ਕੋਲ ਕਾਸ਼ੀ ਜਾ ਕੇ ਉਪਦੇਸ਼ ਲੈਂਦੇ ਸਨ, ਉਹਨਾਂ ਨੂੰ ਇਹ ਪ੍ਰੇਰਦੇ ਸਨ, ਜ਼ੋਰ ਲਾਉਂਦੇ ਸਨ ਵੀ ਤੁਸੀਂ ਸਨਾਤਨ ਮਤ ਵਿੱਚ ਆ ਜਾਓ, ਹਿੰਦੂ ਧਰਮ ਅਪਣਾ ਲਓ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਅਵਤਾਰਾਂ, ਰਹਿਬਰਾਂ ਦਾ ਜਿਹੜਾ ਜੀਵਨ ਹੈ ਉਹ ਕੁਝ ਵਿਸਥਾਰ ਦੇ ਨਾਲ ਲਿਖਿਆ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਬਚਨ ਆਏ ਨੇ ਹੋਰ ਕਿਧਰੇ ਵੀ ਸਿੱਖ ਨੂੰ ਜਾਣਾ ਨਾ ਪਵੇ, ਆਪਣੇ ਹੀ ਸਾਹਿਤ ਦੇ ਵਿੱਚ ਇਹ ਲਿਖ ਦਈਏ ਤਾਂ ਜੋ ਉਹ ਪੜ੍ਹ ਕੇ ਗਿਆਨ ਹਾਸਲ ਕਰ ਸਕਣ। ਹੁਣ ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬੋਲ ਆਉਂਦੇ ਨੇ, ਕਿਸਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ। ਇੱਥੇ ਕਿਸਨ ਤੋਂ ਭਾਵ ਹੈ ਵਿਸ਼ਨੂੰ। ਕਹਿੰਦੇ ਜੀ ਵਿਸ਼ਨੂੰ ਤੇ ਅਵਤਾਰ ਧਾਰਨ ਵਿੱਚ ਰੁੱਝਿਆ ਹੈ, ਹੁਣ ਸੰਸਾਰ ਕਿਹਦੇ ਲੜ ਲੱਗ ਕੇ ਭਵਸਾਗਰ ਤੋਂ ਪਾਰ ਹੋਵੇ। ਹੁਣ ਵਿਸ਼ਨੂੰ ਦੇ ਕਿਹੜੇ ਅਵਤਾਰ ਹੋਏ ਨੇ, ਕਿੰਨੇ ਅਵਤਾਰ ਹੋਏ ਨੇ,
अगर इस बाबत जानना है, ਤੁਹਾਨੂੰ ਕੋਈ ਸਵਾਲ ਹੀ ਕਰ ਦਵੇ ਵੀ ਕਿਹੜੇ ਅਵਤਾਰਾਂ ਦੀ ਗੱਲ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤੇ ਸਾਰਾ ਵਿਸਥਾਰ ਦਿੱਤਾ ਨਹੀਂ, ਕਿਉਂਕਿ ਆਕਾਰ ਬਹੁਤ ਵੱਧ ਜਾਂਦਾ ਅਗਰ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਲਿਖਦੇ ਸਭ ਕੁਝ। ਉਹ ਕੁਝੇ 'ਚ ਸਾਗਰ ਹੈ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਜਿਹੜਾ ਅਵਤਾਰਾਂ ਦਾ ਜ਼ਿਕਰ ਹੈ ਉਹ ਦਸਮ ਬਾਣੀ ਵਿੱਚ ਕੀਤਾ। ਜਿਵੇਂ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਤੁਕ ਆਉਂਦੀ ਹੈ ਨਾ, ब्रह्मा बिशन रुद्र तिसकी सेवा। चाहे ब्रह्मा जी ने, विष्णु ने, चाहे रुद्र ने, सारे अकाल पुरख की सेवा विच लगे हुए ने। हुण तुसीं आखोगे भी ब्रह्मा कौन है, विष्णु कौन है, रुद्र कौन है, हुण कित्थों पता करिए। इन्हां बाबत भी फिर श्री दसम ग्रंथ दे विच गुरु गोबिंद सिंह पातशाह ने लिखिया है। जदों महाराज ने श्री गुरु ग्रंथ साहिब विच आए अवतारां नूं विस्तारपूर्वक अपनी कलम दे नाल उन्हां दा जीवन लिखना शुरू कीता। चाहे वो विष्णु जी दे 24 अवतार ने, चाहे वो ब्रह्मा जी दे अवतार ने, चाहे वो रुद्र जी दे अवतार ने, पातशाह ने दसम बाणी विच लिखिया। और इन्हां अवतारां नूं लिखदियां लिखदियां विष्णु जी दे अवतार रामावतार श्री रामचंद्र जी बाबत भी लिखिया, जिसनूं नरेंद्र मोदी ने रामायण कह के संबोधित किया है। देखो ये बड़ा जरूरी है। जो श्री गुरु ग्रंथ साहिब महाराज विच होरां धर्मां दा जिक्र आया है जां सनातन मत दे महापुरुषां दा जिक्र आया है, उन्हां बाबत जानना बड़ा जरूरी है। क्योंकि अपने नवीन धर्म नूं जे तुसीं प्रचंड करना है, प्रचार करना है, तो तुहानूं दूसरे धर्मां दी वाकफीयत चाहीदी है। दूसरे धर्मां दे सिद्धांत की ने, कथा कहानियां की ने, अगर वो जानोगे फिर ही दूसरे धर्मां दे विद्वानां नाल बैठोगे, वाद विवाद छिड़ेगा, विचार चलेगी, नहीं ते नहीं। ये नहीं भी कला गुरु गोबिंद सिंह महाराज ने सनातन मत दे रहबरी पुरुषां दा अवतारां दा विस्तार कीता है अपनी बाणी विच। ये श्री गुरु नानक देव महाराज तो लैके दसों पातशाहियां गुरु गोबिंद सिंह महाराज तक सबना ने सनातन मत दे, हिंदू मत दे जां होरां धर्मां दे जो धार्मिक ग्रंथ ने उन्हां दा अध्ययन कीता है। और गुरु अर्जन साहिब आप बाणी विच ये गल कहिंदे ने, सिमरत शास्त्र वेद पुकारन पोथियां, नाम बिना सब कूड़ गाली होशिया। भावे सिमरतियां वेद पुकार के कह रहे ने भी उन्हां विच लिखिया होया है भी नाम तो उत्तम कुछ नहीं है। जे महाराज ने विचार कीती, अध्ययन कीता है तां ही ते दस रहे ने। और इत्थे ही बस नहीं, वो कहंदे असीं इन्हां ग्रंथां नूं सोध के भी वेखिया है, विचों तत्त भी कढे ने भी एक अकाल पुरख दे नाल जोड़न दी जिथे गल आई है उहदी खोज भी कीती है। महाराज कहंदे ने ना, बहु शास्त्र बहु सिमरती पेखै सरब ढंढोल, पूजस नाही हर हरे नानक नाम अमोल। ढंढोल के ढूंढ के वेखिया है किसनूं? शास्त्रां नूं, सिमरतियां नूं, वेदां नूं। पर उत्थे यही जिक्र मिलेगा भी परमात्मा दे नाम तो वड्डा कुछ भी नहीं है। इसे ही विचारधारा नूं अगे गुरु गोबिंद सिंह पातशाह ने वधाया है और सनातन मत दे कईयां ग्रंथां दा अनुवाद कीता है। कईयां ग्रंथां नूं महाराज ने दीन दुनिया दे मालक ने अपनी पुरजोर कलम दे नाल सुखैन भाषा दे विच लिखना कीता है। दूसरा पक्ष जो श्री दसम ग्रंथ साहिब दी रचना क्यों करनी पई, आपां साझा कर रहे सी भी भारत वर्ष 700-800 साल तो गुलाम है। हुण होया कि ये लोग गऊआं वर्गे निर्माण ने, मुगल शेरां वर्गे साहस नाल भरपूर सी। हुण ब्राह्मण ने आखिया इन्हां लोकां नूं भी तुसीं मूरतां अगे बह के मंत्र पढ़ो, मुगलों का सफाया हो जाएगा। होया तो कुछ ना, गुलामी दे संगल गल पए रहे। गुरु नानक साहब दे तखत ते श्री गुरु गोबिंद सिंह पातशाह बैठे, समा ऐसा बनया
ਉਹਨਾਂ ਦੇਖਿਆ ਵੀ ਜੇ ਭਾਰਤ ਵਰਸ਼ ਨੂੰ ਮਜ਼ਲੂਮ ਨੂੰ ਆਜ਼ਾਦ ਕਰਵਾਉਣਾ ਹੈ ਤੇ ਮੁਰਝਾਏ ਹੋਏ ਲੋਕਾਂ ਨੂੰ ਖੇੜੇ ਵਿੱਚ ਲਿਆਉਣਾ ਪਵੇਗਾ, ਇਹਨਾਂ ਦੇ ਅੰਦਰ ਵੀਰ ਰਸ ਪੈਦਾ ਕਰਨਾ ਪਵੇਗਾ, ਗਊਆਂ ਸ਼ੇਰ ਬਣਾਉਣੇ ਪੈਣਗੇ। ਸੋ ਕਲਮ ਦੀ ਚੋਟ ਕਰਨ ਦੀ ਜ਼ਰੂਰਤ ਹੈ। ਹੁਣ ਅਗਰ ਇਹਨਾਂ ਅੰਦਰ ਵੀਰ ਰਸ ਪੈਦਾ ਕਰਨਾ ਹੈ, ਇਹ ਹਿੰਦੂ ਲੋਕ, ਇਹ ਸਨਾਤਨ ਮਤੀਏ ਲੋਕ, ਇਹਨਾਂ ਦੇ ਅੱਗੇ ਉਦਾਹਰਣ ਵੀ ਤੁਹਾਨੂੰ ਸਨਾਤਨ ਮਤ ਦੇ ਮਹਾਂਪੁਰਸ਼ਾਂ ਦੀ, ਅਵਤਾਰਾਂ ਦੀ, ਦੇਵੀ ਦੇਵਤਿਆਂ ਦੀ ਰੱਖਣੀ ਪਵੇਗੀ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ੍ਰੀ ਦਸਮ ਬਾਣੀ ਦੇ ਅੰਦਰ ਜੋ 24 ਅਵਤਾਰ ਲਿਖੇ, ਜੋ ਹੋਰਾਂ ਜੰਗਾਂ ਯੁੱਧਾਂ ਦਾ ਜ਼ਿਕਰ ਕੀਤਾ ਹੈ, ਉਹ ਇਹੀ ਸਮਝਾਉਣ ਦੇ ਲਈ ਸੀ ਵੀ ਜਿਨ੍ਹਾਂ ਦੇਵੀ ਦੇਵਤਿਆਂ ਦੀਆਂ ਮੂਰਤਾਂ ਅੱਗੇ ਲੋਕੋ ਤੁਸੀਂ ਬੈਠ ਕੇ ਮੰਤਰ ਪੜ੍ਹਦੇ ਹੋ ਵੀ ਇਹ ਗੁਲਾਮੀ ਦੇ ਸੰਗਲ ਇਦਾਂ ਕੱਟੇ ਜਾਣਗੇ, ਪੱਥਰ ਦੀ ਮੂਰਤ ਨੇ ਪੱਖ ਨਹੀਂ ਲੈਣਾ। ਇਹਨਾਂ ਮੂਰਤਾਂ ਨੂੰ ਤੁਸੀਂ ਪੂਜ ਰਹੇ ਜੇ। ਇਹ ਵੀ ਜਿਹੜੇ ਮਹਾਂਪੁਰਸ਼ ਹੋਏ ਨੇ, ਅਵਤਾਰ ਹੋਏ ਨੇ, ਜਿਨ੍ਹਾਂ ਦੀਆਂ ਇਹ ਮੂਰਤਾਂ ਨੇ, ਜਦੋਂ ਉਹਨਾਂ ਤੇ ਮੁਸੀਬਤ ਦੀ ਘੜੀ ਆਈ, ਚਾਹੇ ਉਹ ਰਾਮਚੰਦਰ ਜੀ ਸਨ, ਉਹਨਾਂ ਨੂੰ ਵੀ ਤਲਵਾਰ ਚੁੱਕਣੀ ਪਈ, ਚਾਹੇ ਉਹ ਸ੍ਰੀ ਕ੍ਰਿਸ਼ਨ ਸਨ, ਉਹਨਾਂ ਨੂੰ ਵੀ ਸ਼ਸਤਰ ਚੁੱਕਣਾ ਪਿਆ। ਇਹਨਾਂ ਨੇ ਵੀ ਜ਼ੁਲਮ ਦਾ ਸਾਹਮਣਾ ਸ਼ਸਤਰ ਚੁੱਕ ਕੇ ਕੀਤਾ ਹੈ, ਵੀਰ ਰਸ ਨਾਲ ਕੀਤਾ ਹੈ। ਮੰਤਰਾਂ ਦੇ ਨਾਲ ਤਲਵਾਰਾਂ ਖੁੰਡੀਆਂ ਨਹੀਂ ਹੁੰਦੀਆਂ। ਔਰ ਸਾਫ਼ ਕਲਗੀਧਰ ਪਾਤਸ਼ਾਹ ਨੇ ਕਿਹਾ ਹੈ, ਮੇਰਾ ਇੱਕੋ ਹੀ ਮਨਸ਼ਾ ਹੈ ਦਸਮ ਗ੍ਰੰਥ ਦੀ ਬਾਣੀ ਉਚਾਰਨ ਦਾ। ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ, ਧਰਮ ਜੁੱਧ ਕੇ ਚਾਏ। ਦੀਨ ਦੀ ਖਾਤਰ, ਧਰਮ ਦੀ ਖਾਤਰ, ਮਜ਼ਲੂਮ ਦੀ ਖਾਤਰ, ਇਨਸਾਨੀਅਤ ਦੀ ਖਾਤਰ ਯੁੱਧ ਕਰੀਏ। ਇਹ ਪ੍ਰੇਰਨਾ ਮਿਲ ਸਕੇ ਇਹਨਾਂ ਮੁਰਝਾਏ ਹੋਏ ਲੋਕਾਂ ਨੂੰ, ਕਾਇਰ ਲੋਕਾਂ ਨੂੰ, ਇਹਨਾਂ ਗਊਆਂ ਨੂੰ ਸ਼ੇਰ ਬਣਾ ਸਕਾਂ। ਇਸੇ ਕਰਕੇ ਮੈਂ ਇਹ ਜਿਹੜੀ ਦਸਮ ਕਥਾ ਹੈ ਇਹ ਉਚਾਰਨੀ ਕੀਤੀ ਹੈ। ਜੋ ਮਿਸਟਰ ਨਰਿੰਦਰ ਮੋਦੀ ਹੁਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਰਾਮਾ ਅਵਤਾਰ ਨੂੰ ਰਾਮਾਇਣ ਕਿਹਾ ਹੈ। ਆਓ ਜਾਣੀਏ ਰਾਮਾ ਅਵਤਾਰ ਅਤੇ ਰਾਮਾਇਣ ਵਿੱਚ ਕੀ ਫਰਕ ਹੈ। ਰਾਮਾਇਣ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਸਦੀਆਂ ਪਹਿਲਾਂ ਵਾਲਮੀਕ ਜੀ ਵੱਲੋਂ ਉਚਾਰੀ ਜਾ ਚੁੱਕੀ ਸੀ, ਫਿਰ ਤੁਲਸੀਦਾਸ ਜੀ ਨੇ ਵੀ ਉਚਾਰੀ ਹੈ। ਕਲਗੀਧਰ ਮਹਾਰਾਜ ਨੇ ਆਪ ਬਾਣੀ ਵਿੱਚ ਜ਼ਿਕਰ ਕੀਤਾ ਹੈ, ਰਾਮ ਕਥਾ ਜੁਗ ਜੁਗਾ ਟਲ, ਸਭ ਕੋਈ ਭਾਖਤ ਨੇਤ, ਸੁਰਗਵਾਸ ਰਘੁਬਰ ਕਰਾ, ਸਗਰੀ ਪੁਰੀ ਸਮੇਤ। ਇਹ ਤਾਂ ਜੁਗਾ ਜੁਗਾ ਤੋਂ ਕਥਾ ਚੱਲਦੀ ਆਉਂਦੀ ਹੈ। ਹੁਣ ਆਓ ਤੁਲਸੀਦਾਸ ਜੀ ਦੀ ਲਿਖੀ ਰਾਮਾਇਣ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਰਾਮਾ ਅਵਤਾਰ ਵਿੱਚ ਜੋ ਫਰਕ ਹੈ ਉਹ ਸਾਹਮਣੇ ਰੱਖੀਏ। ਤੁਲਸੀਦਾਸ ਜੀ ਸ਼੍ਰੀ ਰਾਮਚੰਦਰ ਜੀ ਦੇ ਉਪਾਸ਼ਕ ਸਨ, ਭਗਤ ਸਨ। ਉਹਨਾਂ ਭਾਵਨਾ ਨਾਲ ਰਾਮਾਇਣ ਲਿਖੀ ਵਿਸਥਾਰ ਵਿੱਚ, ਜਿਸ ਨੂੰ ਪੜ੍ਹ ਕੇ ਰਾਮਚੰਦਰ ਜੀ ਦਾ ਜੋ ਆਚਾਰ ਹੈ, ਉੱਚਾ ਕਰੈਕਟਰ ਹੈ, ਜਿਸ ਕਰਕੇ ਉਹਨਾਂ ਨੂੰ ਮਰਿਆਦਾ ਪੁਰਖੋਤਮ ਕਹਿੰਦੇ ਨੇ, ਉਹ ਉਜਾਗਰ ਹੁੰਦਾ ਹੈ। ਜਿਸ ਨੂੰ ਪੜ੍ਹ ਕੇ ਜਗਿਆਸੂ ਉਹਨਾਂ ਦਾ ਉਪਾਸ਼ਕ ਬਣਦਾ ਹੈ। ਹਿੰਦੂ ਮਤ, ਸਨਾਤਨ ਮਤ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਦੂਸਰੇ ਬੰਨੇ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਮਾ ਅਵਤਾਰ ਲਿਖਿਆ ਹੈ, ਉਹ ਰਾਮਾਇਣ ਦੀ ਸਾਰੀ ਕਥਾ ਨਹੀਂ ਹੈ। ਔਰ ਉਸ ਰਚਨਾ ਦਾ ਮਕਸਦ ਕੋਈ ਸ਼੍ਰੀ ਰਾਮਚੰਦਰ ਜੀ ਦੀ ਉਪਾਸਨਾ ਕਰਨਾ ਜਾਂ ਉਪਾਸ਼ਕ ਪੈਦਾ ਕਰਨਾ ਨਹੀਂ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪੁਰਜ਼ੋਰ ਕਲਮ ਨਾਲ ਬੜੀ ਸੁਖਾਲੀ ਭਾਸ਼ਾ ਵਿੱਚ ਰਾਮਾ ਅਵਤਾਰ ਨੂੰ ਲਿਖਣਾ ਕੀਤਾ, ਜੋ ਆਮ ਲੋਕ ਪੜ੍ਹ ਸਕਣ। ਔਰ ਉਹਨਾਂ ਰਾਮਚੰਦਰ ਜੀ ਦਾ ਜੋ ਜੁਝਾਰੂ ਪੱਖ ਹੈ, ਬਲਕਾਰੀ ਯੋਧਿਆਂ ਵਾਲਾ ਪੱਖ ਹੈ, ਉਹ ਉਜਾਗਰ ਕੀਤਾ ਹੈ ਵੀ ਕਿਵੇਂ ਸ਼੍ਰੀ ਰਾਮਚੰਦਰ ਜੀ ਨੇ ਤਲਵਾਰ ਉਠਾ ਕੇ ਅਧਰਮੀਆਂ ਦਾ ਨਾਸ਼ ਕੀਤਾ, ਰਾਵਣ ਦਾ ਖਾਤਮਾ ਕੀਤਾ। ਔਰ ਜਿੰਨੇ ਰਾਮਚੰਦਰ ਜੀ ਦੇ ਉਪਾਸ਼ਕ ਨੇ ਉਹ ਇਸ ਗੱਲ ਨੂੰ ਸਮਝ ਲੈਣ ਵੀ ਮੂਰਤਾਂ ਅੱਗੇ ਬੈਠ ਕੇ ਮੰਤਰ ਪੜ੍ਹਿਆਂ ਭਾਰਤ ਵਰਸ਼ ਮਜ਼ਲੂਮ ਆਜ਼ਾਦ ਨਹੀਂ ਹੋਣੇ, ਮੁਗਲਾਂ ਦੇ ਸਾਵੇਂ ਤਲਵਾਰ ਲੈ ਕੇ ਡਟਣਾ ਪਵੇਗਾ। ਸੋ ਰਾਮਾਇਣ ਦਾ ਸਿਧਾਂਤ ਰਾਮਚੰਦਰ ਜੀ ਦਾ ਉਪਾਸ਼ਕ ਬਣਾਉਂਦਾ ਹੈ। ਰਾਮਾ ਅਵਤਾਰ ਦਾ ਜਿਹੜਾ ਪੱਖ ਹੈ ਉਹ ਵੀਰ ਰਸ ਪੈਦਾ ਕਰਨ ਦੇ ਲਈ ਹੈ। ਸੋ ਕਦੇ ਵੀ ਰਾਮਾ ਅਵਤਾਰ ਨੂੰ ਰਾਮਾਇਣ ਸਮਝ ਲੈਣਾ ਇਹ ਕੋਈ ਬਹੁਤੀ ਗਿਆਨ ਵਾਲੀ, ਸਿਆਣਪ ਵਾਲੀ ਗੱਲ ਨਹੀਂ ਹੈ। ਵੈਸੇ ਰਾਮਾ ਅਵਤਾਰ ਦੇ ਨਾਲ ਕ੍ਰਿਸ਼ਨ ਜੀ ਆਦਿਕ ਜਿੰਨੇ ਵੀ ਅਵਤਾਰਾਂ ਦੀ ਕਥਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੈ,
ਉਹਨਾਂ ਦੇ ਜੀਵਨ ਵਿੱਚੋਂ ਯੁੱਧ ਪ੍ਰਸੰਗਾਂ ਦਾ ਹੀ ਵਰਣਨ ਕੀਤਾ ਗਿਆ ਹੈ। ਲੋਕਾਈ ਦੇ ਅੰਦਰ, ਭਾਰਤ ਵਰਸ਼ ਦੇ ਲੋਕਾਂ ਅੰਦਰ ਵੀਰ ਰਸ ਪੈਦਾ ਕਰਨ ਦੇ ਲਈ। ਫਿਰ ਕਹਿ ਦਵਾਂ, ਮਹਾਰਾਜ ਕਲਗੀਧਰ ਕਹਿੰਦੇ ਨੇ, ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਏ ਅਵਰ ਬਾਸਨਾ, ਨਾਹੇ ਪ੍ਰਭ ਧਰਮ ਜੁੱਧ ਕੇ ਚਾਏ। ਧਰਮ ਜੁੱਧ ਦਾ ਚਾਅ ਪੈਦਾ ਕਰਨ ਦੇ ਲਈ। ਹੁਣ ਦੇਖੋ, ਕਿਸੇ ਗ੍ਰੰਥ ਦਾ ਅਨੁਵਾਦ ਕਰਨਾ ਜਾਂ ਉਸ ਨੂੰ ਸੰਖੇਪ ਵਿੱਚ ਲਿਖਣਾ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਦੂਸਰੇ ਧਰਮ ਦੇ ਰਹਿਬਰ ਬਾਬਤ ਤੁਸੀਂ ਲਿਖੋ ਤੇ ਤੁਸੀਂ ਉਸ ਧਰਮ ਦੇ ਉਪਾਸ਼ਕ ਬਣ ਜਾਂਦੇ ਹੋ, ਉਸ ਧਰਮ ਦੇ ਫਾਲੋਅਰ ਬਣ ਜਾਂਦੇ ਹੋ। ਇਦਾਂ ਨਹੀਂ ਹੈ। ਇਹ ਜਿਹੜੇ ਬੜੇ ਬੜੇ ਰਾਜੇ ਹੋਏ ਨੇ ਨਾ, ਅਕਬਰ ਬਾਦਸ਼ਾਹ ਹੁਣ ਇਸਲਾਮ ਜਗਤ ਨੂੰ ਬਿਲੋਂਗ ਕਰਦਾ ਹੈ। ਉਹਨੇ ਆਪਣੇ ਰਾਜ ਦੇ ਵਿੱਚ ਨਾ ਰਾਮਾਇਣ ਅਤੇ ਮਹਾਭਾਰਤ ਦਾ ਫਾਰਸੀ ਦੇ ਵਿੱਚ ਅਨੁਵਾਦ ਕਰਾਇਆ। ਕੁਝ ਸੰਸਕ੍ਰਿਤ ਦੇ ਵਿਦਵਾਨ ਲੈ ਲਏ, ਕੁਝ ਪਰਸ਼ੀਅਨ ਦੇ ਫਾਰਸੀ ਦੇ ਵਿਦਵਾਨ ਲੈ ਲਏ। ਉਹਨੇ ਇੱਕ ਰਚਨਾ ਤਿਆਰ ਕਰਵਾਈ, ਰਜ਼ਮਨਾਮਾ। ਇਸ ਗ੍ਰੰਥ ਦੇ ਵਿੱਚ ਜੰਗਾਂ ਯੁੱਧਾਂ ਦੇ ਪ੍ਰਸੰਗ ਸਨ। ਰਜ਼ਮ ਦਾ ਭਾਵ ਹੁੰਦਾ ਹੈ ਜੰਗ, ਨਾਮੇ ਦਾ ਮਤਲਬ ਹੈ ਕਹਾਣੀ। ਇਸ ਗ੍ਰੰਥ ਵਿੱਚ ਜੰਗ ਦੀ ਕਹਾਣੀ ਸੀ, ਚਾਹੇ ਉਹ ਰਾਮ ਰਾਵਣ ਦਾ ਜੰਗ ਹੈ, ਚਾਹੇ ਕੌਰਵਾਂ ਪਾਂਡਵਾਂ ਦਾ ਜੰਗ ਹੈ। ਹੁਣ ਕੀ ਇਹ ਰਚਨਾ ਕਰਵਾ ਕੇ ਅਕਬਰ ਆਪਣਾ ਦੀਨ ਗਵਾ ਬੈਠਾ, ਧਰਮ ਛੱਡ ਬੈਠਾ, ਜਾਂ ਉਹ ਹਿੰਦੂ ਬਣ ਗਿਆ? ਸੋ ਇਹ ਵਾਧੂ ਦੀਆਂ ਗੱਲਾਂ ਨੇ ਵੀ ਸਿੱਖ ਰਾਮਾਵਤਾਰ ਨੂੰ ਪੜ੍ਹ ਕੇ ਜੀ ਹਿੰਦੂ ਬਣ ਜਾਣਗੇ। ਇਦਾਂ ਨਹੀਂ ਹੈ। ਆਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀ ਪੁੱਛ ਲਈਏ ਵੀ ਤੁਸੀਂ ਸ੍ਰੀ ਰਾਮ ਚੰਦਰ ਜੀ ਦੀ ਕਥਾ ਰਾਮਾਵਤਾਰ ਵਿੱਚ ਲਿਖੀ ਹੈ, ਕੀ ਸਮਝ ਲਈਏ ਤੁਸੀਂ ਰਾਮ ਚੰਦਰ ਜੀ ਦੇ ਉਪਾਸ਼ਕ ਹੋ, ਭਗਤ ਹੋ, ਤੇ ਤੁਹਾਡੇ ਸਿੱਖ ਵੀ ਉਹਨਾਂ ਦੇ ਭਗਤ ਬਣ ਜਾਣ? ਪਾਤਸ਼ਾਹ ਕਹਿੰਦੇ ਨਹੀਂ। ਅਖੀਰ ਵਿੱਚ ਰਾਮਾਵਤਾਰ ਦੇ ਇਹ ਬਚਨ ਲਿਖਦੇ ਨੇ, ਆਪਣਾ ਸਿਧਾਂਤ ਦੱਸਦੇ ਨੇ ਵੀ ਸਿੱਖ ਭੁਲੇਖਾ ਨਾ ਖਾ ਜਾਣ। ਇਹ ਵੀਰ ਰਸ ਪੈਦਾ ਕਰਨ ਲਈ ਲਿਖੀ ਗਈ ਰਚਨਾ ਹੈ, ਨਾ ਕਿ ਰਾਮਚੰਦਰ ਜੀ ਦੇ ਉਪਾਸ਼ਕ ਭਗਤ ਬਣਾਉਣ ਲਈ ਕੀਤੀ ਗਈ ਰਚਨਾ। ਮਹਾਰਾਜ ਕਹਿੰਦੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਹੇ ਸ੍ਰੀ ਇਸਪਾਨ, ਹੇ ਅਕਾਲ ਪੁਰਖ, ਮੈਂ ਤੇਰਾ ਉਪਾਸ਼ਕ ਹਾਂ, ਤੇਰੀ ਕਿਰਪਾ ਨਾਲ ਗ੍ਰੰਥ ਰਚਿਆ ਹੈ। ਰਾਮ ਰਹੀਮ ਪੁਰਾਨ ਤੇ ਕੁਰਾਨ, ਇਹਨਾਂ ਕਈ ਮਤ ਕਹੇ ਨੇ, ਕਈ ਧਰਮਾਂ ਦੀ ਗੱਲ ਕੀਤੀ ਹੈ। ਮੈਂ ਨਹੀਂ ਇਹਨਾਂ ਨੂੰ ਮੰਨਦਾ। ਮੈਂ ਸਤਿਕਾਰ ਹਰ ਧਰਮ ਦਾ ਕਰਦਾ ਹਾਂ, ਪਰ ਮੈਂ ਤੇ ਤੇਰੇ ਹੀ ਚਰਨ ਫੜੇ ਨੇ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਦੇ ਤੇਰੇ ਦਰ ਤੇ ਚਰਨ ਫੜੇ ਨੇ, ਸਿਰ ਝੁਕਾਇਆ ਹੈ, ਹੋਰ ਦਰ ਤੇ ਮੈਂ ਕਦੇ ਵੀ ਝੁਕਿਆ ਨਹੀਂ। ਸੋ ਮਹਾਰਾਜ ਸਮਝਾਉਂਦੇ ਨੇ ਵੀ ਅਸੀਂ ਇੱਕ ਅਕਾਲ ਪੁਰਖ ਦੇ ਉਪਾਸ਼ਕ ਹਾਂ। ਸਾਡਾ ਖਾਲਸਾ ਵੀ ਅਕਾਲ ਪੁਰਖ ਦਾ ਉਪਾਸ਼ਕ ਹੈ। ਹੁਣ ਜੇ ਇਹ ਰਾਮਾਵਤਾਰ ਕਹੀਏ ਵੀ ਕਿਸੇ ਹਿੰਦੂ ਕਵੀ ਨੇ ਲਿਖਿਆ ਹੈ, ਤਾਂ ਉਸਨੇ ਕਹਿਣਾ ਸੀ ਮੈਂ ਰਾਮਚੰਦਰ ਜੀ ਦਾ ਉਪਾਸ਼ਕ ਹਾਂ, ਮੈਂ ਕ੍ਰਿਸ਼ਨ ਜੀ ਦਾ ਉਪਾਸ਼ਕ ਹਾਂ, ਮੈਂ ਗਣੇਸ਼ ਜੀ ਦਾ ਉਪਾਸ਼ਕ ਹਾਂ। ਉਹਨੇ ਨਹੀਂ ਸੀ ਕਹਿਣਾ ਵੀ ਨਿਰਗੁਣ ਸਰੂਪ ਅਕਾਲ ਪੁਰਖ ਦਾ ਉਪਾਸ਼ਕ ਹਾਂ। ਇਹ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਹੀ ਹੈ, ਪਰ ਕੇਵਲ ਵੀਰ ਰਸ ਪੈਦਾ ਕਰਨ ਲਈ, ਧਰਮ ਜੋਧ ਦਾ ਚਾਅ ਪੈਦਾ ਕਰਨ ਲਈ ਦਸਮ ਬਾਣੀ ਲਿਖੀ ਗਈ ਹੈ। ਸੋ ਇਹ ਆਪਣੇ ਜ਼ਿਹਨ ਵਿੱਚ ਬਿਠਾ ਲਵੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਆਟੋਬਾਇਓਗ੍ਰਾਫੀ ਬਚਿੱਤਰ ਨਾਟਕ ਵਿੱਚ ਸਾਫ਼ ਲਿਖਦੇ ਨੇ ਵੀ ਮੈਂ ਸਾਰੇ ਧਰਮਾਂ ਨਾਲੋਂ ਵੱਖਰਾ ਧਰਮ ਚਲਾਉਣ ਆਇਆ ਹਾਂ। ਜਿਹੜੇ ਕਹਿੰਦੇ ਨਾ ਵੀ ਦਸਮ ਬਾਣੀ ਬਚਿੱਤਰ ਨਾਟਕ ਇਹ ਸਿੱਖ ਨੂੰ ਹਿੰਦੂ ਬਣਾ ਦੇਣਗੇ, ਤੇ ਉਹਨਾਂ ਨੂੰ ਦਾਸ ਕਹਿਣਾ ਚਾਹੁੰਦਾ ਹੈ ਵੀ ਇਹੀ ਗ੍ਰੰਥ ਹੈ ਜਿਹੜਾ ਇਸ ਧਾਰਨਾ ਨੂੰ ਰੱਦ ਕਰਦਾ ਹੈ ਵੀ ਸਿੱਖ ਹਿੰਦੂ ਨਹੀਂ ਹੈ। ਮਹਾਰਾਜ ਕਹਿੰਦੇ ਮੈਂ ਵੱਖਰਾ ਪੰਥ ਚਲਾਉਣ ਆਇਆ ਹਾਂ, ਉਸ ਖੁਦਾ ਦਾ, ਅਕਾਲ ਪੁਰਖ ਦਾ ਲਖਤੇ ਜਿਗਰ ਫਰਜ਼ੰਦ ਹਾਂ, ਮੈਂ ਉਸ ਦਾ ਪੁੱਤਰ ਹਾਂ। ਆਪ ਲਿਖਦੇ ਨੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੈ ਕੋ ਸਾਜਾ ਜਾਏ, ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਅਕਾਲ ਪੁਰਖ ਨੇ ਆਖਿਆ ਤੂੰ ਮੇਰਾ ਪੁੱਤਰ ਹੈ, ਜਾ ਕੇ ਇੱਕ ਵੱਖਰਾ ਧਰਮ ਚਲਾ। ਮਹਾਰਾਜ ਕਹਿੰਦੇ ਯਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਮ ਮਨਮੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮੈਂ ਦੁਸ਼ਟਾਂ ਦਾ ਖਾਤਮਾ ਕਰਨ ਤੇ ਧਰਮ ਚਲਾਉਣ ਆਇਆ ਹਾਂ, ਸਤਪੁਰਸ਼ਾਂ ਦੀ ਰੱਖਿਆ ਕਰਨ ਆਇਆ ਹਾਂ। ਤੇ ਪਿਓ ਦਾ ਹੀ ਰੂਪ ਪੁੱਤਰ ਹੁੰਦਾ ਹੈ।
ਗੁਰੂ ਪਾਤਸ਼ਾਹੀਆਂ ਤੇ ਅਕਾਲ ਪੁਰਖ ਦੇ ਸਰਗੁਣ ਸਰੂਪ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਦਾ ਇੰਬੋਡੀਮੈਂਟ ਆਫ ਲਾਈਟ, ਦਾ ਲਾਰਡ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਹੁਣ ਇਹ ਦਸੋ ਪਾਤਸ਼ਾਹੀਆਂ ਅਕਾਲ ਪੁਰਖ ਦਾ ਸਰੂਪ ਨੇ, ਇਹਨਾਂ ਨੂੰ ਕਿਸੇ ਰਹਿਬਰ ਅਵਤਾਰ ਦੇ ਉਪਾਸ਼ਕ ਹੋਣ ਦੀ ਲੋੜ ਹੀ ਕੋਈ ਨਹੀਂ ਹੈ। ਇਹ ਸਭ ਤੋਂ ਉੱਚੇ ਨੇ। ਦੇਖੋ, ਹਿੰਦੂ ਵੀਰਾਂ ਨੂੰ ਉਹਨਾਂ ਦਾ ਧਰਮ ਮੁਬਾਰਕ ਹੈ, ਇਸਲਾਮ ਜਗਤ ਨੂੰ ਉਹਨਾਂ ਦਾ ਧਰਮ ਮੁਬਾਰਕ ਹੈ, ਈਸਾਈ ਜਗਤ ਨੂੰ ਉਹਨਾਂ ਦਾ, ਯਹੂਦੀਆਂ ਨੂੰ ਉਹਨਾਂ ਦਾ ਧਰਮ ਮੁਬਾਰਕ ਹੈ। ਸਾਡਾ ਧਰਮ ਸਭ ਤੋਂ ਅਲੱਗ ਹੈ। ਮਸਜਿਦ ਵਾਲਿਆਂ ਨੂੰ ਮਸਜਿਦ ਮੁਬਾਰਕ, ਮੰਦਰਾਂ ਵਾਲਿਆਂ ਨੂੰ ਮੰਦਰ ਮੁਬਾਰਕ। ਸਾਡਾ ਪੰਥ ਤੀਸਰਾ ਹੈ ਤੇ ਵੱਖਰਾ ਹੈ। ਦੂਸਰੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਇਉਂ ਤੀਸਰ ਪੰਥ ਰਚਾਇਨ, ਵੱਡ ਸੂਰ ਗਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਤੀਸਰਾ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੈਦਾ ਕੀਤਾ ਔਰ ਇਸ ਤੀਸਰੇ ਪੰਥ ਦੀ ਸਦਾ ਹੀ ਚੜ੍ਹਦੀ ਕਲਾ ਰਵੇਗੀ। ਔਰ ਮੁੱਕਦੀ ਗੱਲ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਦਸਾਂ ਪਾਤਸ਼ਾਹੀਆਂ ਦੇ ਬੋਲ ਬਾਣੀ ਨੇ ਔਰ ਦਸਾਂ ਪਾਤਸ਼ਾਹੀਆਂ ਦੇ ਬੋਲਾਂ ਦਾ ਹੀ ਅਸੀਂ ਅਦਬ ਕਰਨਾ ਹੈ। ਜਿਨ੍ਹਾਂ ਬਾਣੀ ਉਚਾਰੀ ਉਸ ਬਾਣੀ ਦਾ ਵੀ ਅਦਬ, ਜਿਹੜੇ ਗੁਰੂ ਪਾਤਸ਼ਾਹਾਂ ਨੇ ਪਿਆਰੇ ਸਿੱਖਾਂ ਸੇਵਕਾਂ ਨੂੰ ਹੁਕਮਨਾਮੇ ਵੀ ਲਿਖੇ ਉਹਨਾਂ ਦਾ ਵੀ ਅਦਬ। ਸੋ ਅਗਰ ਤੇ ਗੁਰੂ ਗੋਬਿੰਦ ਸਿੰਘ ਦਸਾਂ ਪਾਤਸ਼ਾਹੀਆਂ ਚੋਂ ਇੱਕ ਸਾਡੇ ਪਾਤਸ਼ਾਹ ਨੇ, ਗੁਰੂ ਨੇ, ਤੇ ਫਿਰ ਉਹਨਾਂ ਦੇ ਬੋਲਾਂ ਨੂੰ ਬਾਣੀ ਮੰਨਣਾ ਹੀ ਪੈਣਾ ਹੈ। ਤੇ ਜੇ ਤੁਸੀਂ ਗੁਰੂ ਨਹੀਂ ਮੰਨਦੇ ਤੇ ਫਿਰ ਉਹਨਾਂ ਦੀ ਬਾਣੀ ਨੂੰ ਨਾ ਮੰਨੋ ਭਾਈ। ਪਰ ਸਿੱਖ ਜਗਤ ਦੇ ਇਸ਼ਟ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਗੁਰਤਾ ਦੇ ਮਾਲਕ ਨੇ ਔਰ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਦਸਮ ਗ੍ਰੰਥ ਦੀ ਬਾਣੀ ਦੇ ਨਾਲ, ਗੁਰ ਇਤਿਹਾਸ ਦੇ ਨਾਲ, ਭਾਈ ਨੰਦ ਲਾਲ, ਭਾਈ ਗੁਰਦਾਸ ਜੀ ਦੀ ਬਾਣੀ ਦੇ ਨਾਲ ਜੁੜ ਕੇ ਵੀ ਰਹਿਣਾ ਹੈ। ਵਿਪਰੰਗ ਕੀ ਰੀਤ ਤੋਂ ਅਸੀਂ ਬਚ ਕੇ ਰਹਿਣਾ ਹੈ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਅਸੀਂ ਜੁੜ ਕੇ ਰਹਿਣਾ ਹੈ। ਅਖੀਰ ਦਾਸ ਵਿਚਾਰ ਲਈ ਖੁੱਲ੍ਹਾ ਸੱਦਾ ਦਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਜੋ ਦਸਮ ਗ੍ਰੰਥ ਸਾਹਿਬ ਵਿੱਚ ਦਰਜ ਹੈ, ਅਗਰ ਉਸ ਤੇ ਕਿਸੇ ਨੂੰ ਸ਼ੰਕਾ ਹੈ ਜਾਂ ਕੋਈ ਜਗਿਆਸੂ ਉਸ ਬਾਣੀ ਬਾਬਤ ਜਾਣਨਾ ਚਾਹੁੰਦਾ ਹੈ, ਜਾਂ ਉਸ ਬਾਣੀ ਦੀ ਜਿਹੜੇ ਨਿੰਦਾ ਕਰਨ ਵਾਲੇ ਨੇ, ਕੁਤਰਕ ਕਰਨ ਵਾਲੇ ਲੋਕ ਨੇ, ਉਹ ਜਦੋਂ ਚਾਹੇ ਮੁੰਡਾ ਪਿੰਡ ਆ ਕੇ ਵਿਚਾਰ ਕਰ ਲੈਣ। ਔਰ ਦੂਸਰਾ ਪੱਖ ਜੋ ਏਜੰਸੀਆਂ ਨੇ, ਚਾਹੇ ਉਹ ਰਓ ਹੈ, RSS ਹੈ, ਜਾਂ ਕੋਈ ਆਰਿਆ ਸਮਾਜੀ ਨੇ, ਚਾਹੇ ਕੋਈ ਹਿੰਦੂ ਵੀਰ ਪ੍ਰਚਾਰਕ ਨੇ ਜੋ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਸਮਝਦੇ ਨੇ, ਉਹ ਵੀ ਜਦੋਂ ਚਾਹੁਣ ਮੁੰਡਾ ਪਿੰਡ ਆ ਕੇ ਵਿਚਾਰ ਕਰ ਸਕਦੇ ਨੇ। ਦਾਸ ਇਹ ਬੇਨਤੀ ਕਰ ਦਵੇ, ਸਿੱਖ ਇੱਕ ਵੱਖਰਾ ਧਰਮ ਹੈ। ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਇਹ ਸਾਰੀ ਸਿੱਖੀ ਦੀ ਡੈਫੀਨੇਸ਼ਨ ਹੈ। ਨਾ ਹਮ ਹਿੰਦੂ ਨਾ ਮੁਸਲਮਾਨ। ਹਰ ਇੱਕ ਧਰਮ ਦਾ ਅਦਬ ਕਰੀਏ, ਸਤਿਕਾਰ ਕਰੀਏ, ਕਿਸੇ ਧਰਮ ਤੇ ਟੀਕਾ ਟਿੱਪਣੀ ਆਪਾਂ ਨਾ ਕਰੀਏ, ਆਪੋ ਆਪਣੇ ਧਰਮ ਵਿੱਚ ਪਰਪੱਕ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।